ਸਰ ਇਹਦੇ ਨਾਲ ਇਹਦਾ ਜੀਜਾ ਵੀ ਮੈਨੂੰ ਟੌਰਚਰ ਕਰਦਾ ਸੀਗਾ। ਉਸ ਤੋਂ ਬਾਅਦ ਸਰ 22 ਦਿਨ ਬਾਅਦ ਮੈਨੂੰ ਇੰਨਾ ਮੈਂਟਲੀ ਟੌਰਚਰ ਕਰਤਾ, ਮੈਂ ਇਹਦੇ ਅੱਗੇ ਹੱਥ ਜੋੜ ਕੇ ਕਿਹਾ ਮੈਂ ਸਰ ਇੱਕ ਝੂਠ ਬੋਲਿਆ, ਉਹ ਵੀ ਮੈਂ ਤੁਹਾਡੇ ਸਟੂਡੀਓ 'ਚ ਸੱਚ ਦੱਸੂਗਾ ਕਿ ਮੈਂ ਸੱਚ ਕੇ ਸਿਵਾ ਹੋਰ ਕੁਛ ਨਹੀਂ ਬੋਲੂੰਗਾ। ਮੈਂ ਇਹਨੂੰ ਹੱਥ ਜੋੜੇ, ਮੈਂ ਇਹਦੇ ਪੈਰੀ ਵੀ ਪਿਆ, मैं अपने सौं खा के मैं ਇਹਦੇ ਪੈਰੀ ਪਿਆ। मैं ਇਹਨੂੰ ਕਿਹਾ ਮੈਨੂੰ ਇੰਡੀਆ ਜਾ ਲੈਂਦੇ, ਮੇਰੇ ਪਾਪਾ ਬਹੁਤ ਸਿੱਕ ਗਿਆ, मैं जाके ਪੈਸੇ ਦਾ ਅਰੇਂਜਮੈਂਟ ਕਰੂੰਗਾ। ਤੇ ਮੈਰਿਜ 'ਚ 35 ਬੰਦੇ ਬਰਾਤ 'ਚ ਗਏ ਸੀ, ਇਹਨਾਂ ਨੇ ਕੋਈ ਦਾਜ ਨਹੀਂ ਦਿੱਤਾ ਸੀ। ਇਹਦੀ ਮੰਮੀ ਨੇ ਕਲੀਅਰ ਕਹਿਤਾ ਸੀ ਮੈਂ ਟੋਟਲ ਵਾਈਫ ਦੇ ਨਾਲ 8 ਦਿਨ ਰਿਹਾ ਹੂੰ ਕੈਨੇਡਾ 'ਚ। ਸੋ ਤੁਸੀਂ ਆਪਸ ਵਿੱਚ ਰਿਲੇਸ਼ਨ ਬਣਾਏ ਸੀ ਵਾਈਫ ਨਾਲ? ਸਰ ਬਿਲਕੁਲ ਪੂਰੇ ਰਿਲੇਸ਼ਨ, ਹਸਬੈਂਡ ਵਾਈਫ ਵਾਲੇ ਸਾਰੇ ਰਿਲੇਸ਼ਨ ਬਣਦੇ ਸੀ ਜੀ। ਤੁਹਾਨੂੰ ਕੋਰਟ ਆਰਡਰ ਨਹੀਂ, ਤੁਸੀਂ ਪੁਲਿਸ ਨੂੰ ਪ੍ਰੋਮਿਸ ਕੀਤਾ ਹੈ ਕਿ ਮੈਂ ਕੋਰਟ ਵਿੱਚ ਪੇਸ਼ ਹੋਊਂਗਾ, ਯੂ ਸ਼ੁਡ ਕਮ ਬੈਕ। ਸੰਦੀਪ ਤੁਸੀਂ ਲਾਈਨ ਤੇ ਹੋ? ਯੈਸ ਸਰ। ਹਾਂਜੀ ਸੰਦੀਪ, ਜੋ ਤੁਸੀਂ ਕਹੋਗੇ ਸੱਚ ਕਹੋਗੇ, ਸੱਚ ਤੋਂ ਸਿਵਾਏ ਕੁਛ ਨਹੀਂ ਕਹੋਗੇ। ਅਤੇ ਜੋ ਵੀ ਐਲੀਗੇਸ਼ਨ ਲਾਓਗੇ ਤੁਸੀਂ ਜ਼ਿੰਮੇਵਾਰ ਖੁਦ ਹੋਵੋਗੇ। ਸਾਡਾ ਸਟੇਸ਼ਨ ਮੇਰੀ ਮੈਨੇਜਮੈਂਟ ਦਾ ਹਰ ਕਰਮਚਾਰੀ ਜਿਹੜਾ ਆ ਉਹਦੇ ਨਾਲ ਕੋਈ ਸਹਿਮਤ ਨਹੀਂ ਹੋਵੇਗਾ ਤੇ ਤੁਸੀਂ ਖੁਦ ਆਪ ਲਾਇਬਲ ਹੋਵੋਗੇ। ਲਾਇਬਲ ਇਨ ਸੈਂਸ ਕਿ ਤੁਸੀਂ ਜ਼ਿੰਮੇਵਾਰ ਖੁਦ ਹੋਵੋਗੇ। ਹਾਂਜੀ ਸਰ, ਬਿਲਕੁਲ ਸਰ। ਤੁਹਾਡੀ ਉਮਰ ਕਿੰਨੀ ਹੈ? ਸਰ ਮੇਰੀ ਉਮਰ 32 ਇਅਰਸ ਹੈ, 32 ਸਾਲ ਹੈ। ਪੂਰਾ ਨਾਮ ਕੀ ਤੁਹਾਡਾ? ਸਰ ਮੇਰਾ ਨਾਮ ਸੰਦੀਪ ਸ਼ਰਮਾ ਆ। ਸੰਦੀਪ ਸ਼ਰਮਾ ਜੀ, ਬਿਫੋਰ ਆਈ ਪ੍ਰੋਸੀਡ, ਤੁਸੀਂ ਅੰਗਰੇਜ਼ੀ ਸਮਝ ਜਾਂਦੇ ਹੋ ਜਾਂ ਪੰਜਾਬੀ? ਸਰ ਤੁਸੀਂ ਮੈਨੂੰ ਪੰਜਾਬੀ 'ਚ ਹੀ ਕਰ ਦਿਓ। ਮੈਂ ਇਸ ਸਟੋਰੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਰੇਡੀਓ, ਟੈਲੀਵਿਜ਼ਨ ਜਾਂ YouTube, Facebook, Instagram ਜਾਂ ਐਪ ਤੇ ਜਾਂ ਟਿਊਨਨ ਤੇ ਰਿਲੇ ਕਰਾਂ ਜਾਂ ਲੋਕਾਂ ਨੂੰ ਦਿਖਾਵਾਂ ਤੁਹਾਡੀ ਤਸਵੀਰ ਵੀ ਦਿਖਾਵਾਂਗਾ। ਔਰ ਮੈਂ ਤੁਹਾਡੇ ਤੋਂ ਆਗਿਆ ਲੈ ਰਿਹਾ ਕਿ ਤੁਸੀਂ ਮੈਨੂੰ ਆਗਿਆ ਦਿੰਦੇ ਹੋ, ਤੁਹਾਨੂੰ ਪਰਮਿਸ਼ਨ ਦੇ ਰਹੇ ਹੋ ਕਿ ਮੈਂ ਇਹਨੂੰ ਪ੍ਰੋਸੀਡ ਕਰਾਂ, ਤੁਹਾਡੀ ਫੋਟੋ ਲਾਵਾਂ। ਤੁਸੀਂ ਜੇ ਆਗਿਆ ਮੈਂ ਯੈਸ ਕਹੋਗੇ, ਹਾਂ ਕਹੋਗੇ, ਤੁਹਾਨੂੰ ਪ੍ਰੋਸੀਡ ਕਰਾਂਗਾ, ਨਹੀਂ ਤਾਂ ਮੈਂ ਇੱਥੇ ਹੀ ਡ੍ਰੌਪ ਕਰ ਦਾਂਗਾ। ਤੁਹਾਨੂੰ ਮੈਂ ਸੋਚਣ ਲਈ 5 ਸੈਕਿੰਡ ਦੇ ਰਿਹਾ। 1 2 3 ਗੋ। ਸੋਚੋ ਸਰ। ਤੁਸੀਂ ਕਰ ਦਿਓ ਸਰ, ਪ੍ਰੋਸੀਡ ਕਰ ਦਿਓ। ਆਈ ਸੀ, ਪਲੀਜ਼ ਪ੍ਰੋਸੀਡ। ਸੰਦੀਪ ਸਰਵਰ, ਤੁਸੀਂ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਸਾਡੇ ਨਾਲ ਇਸ ਵੇਲੇ ਕਨੈਕਟਡ ਹੋ? ਸਰ ਮੈਂ ਪੰਜਾਬ ਤੋਂ ਹੁਸ਼ਿਆਰਪੁਰ ਤੋਂ ਬਿਲੋਂਗ ਕਰਦਾ, ਪਰ ਇਸ ਵੇਲੇ ਮੈਂ ਹਰਿਆਣਾ ਫਰੀਦਾਬਾਦ ਵਿੱਚ ਸਾਡਾ ਘਰ ਹੈ। ਓ ਬੋਏ, ਤੁਸੀਂ ਤਾਂ ਹੁਸ਼ਿਆਰਪੁਰ ਕਿੱਥੋਂ? ਪ੍ਰੋਪਰ ਹੁਸ਼ਿਆਰਪੁਰ ਤੋਂ? ਸਰ ਹੁਸ਼ਿਆਰਪੁਰ ਦੇ ਨਾਲ ਪਿੰਡ ਪੈਂਦਾ ਹੈ ਸਰਾਂ ਭਾਕੀਆਂ। ਓਕੇ, ਤੁਸੀਂ 32 ਸਾਲ ਦੇ ਹੋ। ਤੁਹਾਡੀ ਸ਼ਾਦੀ ਹੋਈ ਕਦੋਂ ਹੋਈ, ਕਿੰਨਾ ਹੋਈ? ਨਾ ਇਹ ਨਹੀਂ ਪੁੱਛਾਂਗਾ ਕਿਹਦੇ ਨਾਲ ਹੋਈ, ਪਰ ਪੁੱਛਾਂਗਾ ਕਦੋਂ ਹੋਈ ਸੀ, ਕਿਹੜੇ ਸਾਲ 'ਚ, ਕਿੱਥੇ ਹੋਈ? ਸਰ ਮੇਰੀ ਮੈਰਿਜ 12 ਮਾਰਚ 2018 ਨੂੰ ਹੋਈ ਸੀ। ਕੈਨੇਡਾ ਤੋਂ ਕੁੜੀ ਇੰਡੀਆ ਆਈ ਹੋਈ ਸੀ, ਜਿਨ੍ਹਾਂ ਨੇ ਅਖਬਾਰ ਵਿੱਚ ਐਡ ਕਢਾਈ ਸੀਗੀ, ਔਰ ਸਾਡੇ ਪਿੰਡਾਂ ਦੇ ਨਾਲ ਦਾ ਹੀ ਇਹਨਾਂ ਦਾ ਪਿੰਡ ਆ। ਤੇ ਉਸ ਤੋਂ ਬਾਅਦ 'ਚ ਅਖਬਾਰ 'ਚ ਜਦੋਂ ਐਡ ਆਈ, ਅਸੀਂ ਇਹਨਾਂ ਦੀ ਇੰਡੀਅਨ ਫੈਮਿਲੀ ਮੰਮੀ ਪਾਪਾ ਨੂੰ ਕੰਟੈਕਟ ਕੀਤਾ ਤੇ ਸਾਡਾ ਰਿਸ਼ਤਾ ਹੋ ਗਿਆ। ਦੈਨ ਸਾਡੀ ਫਿਰ ਮੈਰਿਜ ਹੋਈ। 11 ਮਾਰਚ ਨੂੰ ਸਾਡੀ ਰਿੰਗ ਸੈਰੇਮਨੀ ਹੋਈ ਪੰਜਾਬ ਵਿੱਚ ਹੀ। 12 ਮਾਰਚ ਨੂੰ ਸਾਡੀ ਪੰਜਾਬ ਵਿੱਚ ਹੀ ਮੈਰਿਜ ਹੋਈ। ਉਸ ਤੋਂ ਬਾਅਦ ਸਰ 22 ਮਾਰਚ ਨੂੰ ਪੰਜਾਬ ਵਿੱਚ ਹੀ ਸਾਡੀ ਕੋਰਟ ਮੈਰਿਜ ਹੋਈ। ਜਿਹੜੀ ਲੜਕੀ ਆ ਕੈਨੇਡਾ ਤੋਂ ਵਿਆਹ ਕਰਨ ਗਈ, ਤਾਂ ਇਹ ਉਹਨਾਂ ਨੇ ਇਸ਼ਤਿਹਾਰ ਦਿੱਤਾ ਕਿ ਸਾਨੂੰ ਲੜਕੇ ਦੀ ਲੋੜ ਹੈ, ਹਾਂਜੀ? ਹਾਂਜੀ ਹਾਂਜੀ। ਸੋ ਉਹ ਤੁਸੀਂ ਫਿਰ ਅਪਰੋਚ ਕੀਤਾ, ਤੁਸੀਂ ਕੀਤਾ ਕਿਉਂਕਿ ਅਖਬਾਰ ਵਿੱਚ ਦਿੱਤਾ ਹੋਵੇਗਾ। ਸੋ ਤੁਹਾਡੀ ਸ਼ਾਦੀ ਜਿਹੜੀ ਅਰੇਂਜ ਸ਼ਾਦੀ ਹੋਈ ਹੈ, ਹਾਂਜੀ? ਹਾਂਜੀ ਸਰ। ਲੜਕੀ ਜਿਹੜੀ ਕੈਨੇਡਾ ਦੀ ਪੀਆਰ ਸੀ ਜਾਂ ਇੱਥੇ ਕੁਝ ਲੜਕੀਆਂ ਸਟੂਡੈਂਟ ਨੇ ਫਿਰ ਵਰਕ ਪਰਮਿਟ? ਨਹੀਂ ਸਰ ਉਹ ਪੀਆਰ ਸੀਗੀ। ਉਹਦੀ ਬੜੀ ਭੈਣ ਦਾ ਵਿਆਹ ਹੋਇਆ ਸੀ ਕੈਨੇਡਾ 15 ਸਾਲ ਪਹਿਲਾਂ, ਉਹਨੇ ਪੂਰੀ ਫੈਮਿਲੀ ਬੁਲਾ ਲਈ ਸੀ, ਉਹ ਪੀਆਰ ਸੀਗੀ ਇੱਥੇ। ਤੁਹਾਡੀ ਵਾਈਫ ਦੀ ਉਮਰ ਕਿੰਨੀ ਜਦੋਂ ਸ਼ਾਦੀ ਹੋਈ? ਸਰ ਉਹ ਮੇਰੇ ਤੋਂ 1 ਸਾਲ ਬੜੀ ਸੀਗੀ, ਉਹ 33 ਇਅਰਸ ਦੀ ਸੀਗੀ ਜਦੋਂ ਸ਼ਾਦੀ ਹੋਈ ਆ। ਹਾਂਜੀ ਸਰ, 33 ਸਾਲ ਦੀ ਸੀਗੀ। ਇਹਦਾ ਮਤਲਬ ਹੈ ਕਿ ਹੁਣ ਤਾਂ ਉਹ ਆਲਮੋਸਟ ਕੋਈ 3 ਸਾਲ ਹੋਰ ਐਡ ਕਰ ਲਓ, 36 ਸਾਲ ਦੀ ਹੋ ਗਈ। ਹਾਂ ਸਰ, 35-36 ਸਾਲ ਦੀ ਹਾਂਜੀ ਹੈਗੀ ਆ। ਤੁਹਾਡੀ ਕਿੰਨੀ ਉਮਰ ਹੈ ਹੁਣ? ਤੁਹਾਡੀ ਬੱਚੀ ਹੈ? ਸਰ ਨਹੀਂ, ਮੇਰੀ ਮੈਰਿਜ ਦੇ ਟਾਈਮ ਤੇ 31 ਸੀਗੀ, ਹੁਣ ਮੈਂ 33 ਸਾਲ ਦਾ ਹੋ ਗਿਆ। ਮੇਰੀ ਵਾਈਫ ਹੁਣ 35 ਸਾਲ ਦੀ ਹੋ ਗਈ ਹੈ। ਮੇਰਾ ਬਰਥ 1987 ਦਾ ਆ, ਮੇਰੀ ਵਾਈਫ ਦਾ 1986 ਦਾ ਆ। 3 ਸਾਲ ਦਾ ਫਰਕ ਹੈ ਤੁਹਾਡਾ? ਹਾਂਜੀ। ਤੁਹਾਡੇ ਵਿੱਚੋਂ ਕਿਸੇ ਦੀ ਸ਼ਾਦੀ ਦੂਜੀ ਹੈ ਜਾਂ ਦੋਨਾਂ ਦੀ ਪਹਿਲੀ ਹੈ? ਟੈਲ ਮੀ ਟਰੂ। ਸਰ ਦੋਨਾਂ ਦੀ ਪਹਿਲੀ ਮੈਰਿਜ ਹੈ। ਇੰਨਾ ਸਮਾਂ ਵੇਟ ਕਿਉਂ ਕੀਤਾ 32 ਸਾਲ ਦੀ ਲੜਕੀ ਨੇ? ਆਈ ਡੋਂਟ ਨੋ। ਕੀ ਕੰਮ ਕੀ ਕਰਦੀ ਹੈ ਤੁਹਾਡੀ ਵਾਈਫ? ਇੱਥੇ ਨਾਂ ਨਹੀਂ ਲੈਣਾ। ਸਰ ਉਹ ਇੱਥੇ ਕਿਸੇ ਅੱਛੀ ਕੰਪਨੀ 'ਚ ਕੰਮ ਕਰਦੀ ਹੈ। ਆਈ ਸੀ। ਅੱਛਾ, ਤੁਹਾਡੇ ਪੰਜਾਬ ਦੇ ਵਿੱਚ ਲੜਕੀ ਹੈ ਕਿੱਥੋਂ? ਸਰ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਨਾਲ ਹੀ ਉਹਨਾਂ ਦਾ ਪਿੰਡ ਪੈਂਦਾ ਹੈ, ਸਾਡੇ ਪਿੰਡ ਦੇ ਨਾਲ ਦਾ ਹੀ। ਸਾਡੇ ਪਿੰਡ ਤੋਂ ਹਾਰਡਲੀ ਉਹਨਾਂ ਦਾ 5-7 ਕਿਲੋਮੀਟਰ ਦੂਰੀ ਤੇ ਪਿੰਡ ਹੈ ਉਹਨਾਂ ਦਾ। ਕਿਹੜਾ ਪਿੰਡ ਦਾ ਨਾਂ ਕੀ ਹੈ? ਪਿੰਡ ਦਾ ਨਾਂ ਹੈ ਮੁਰਾਦਪੁਰ ਨਿਰਿਆਲ। ਓ ਬੋਏ,
मेरे वास्ते बहुत मुश्किल है समझना ते प्रोनाउंस करना कि कई पिंड ने एनीवे सो मिस्टर शर्मा तो ये भी थोड़ी सेम कास्ट तो ने फैमिली हाँ जी सर सेम कास्ट है थोड़ी एजुकेशन की है सर मैं MBA इन HR हाँ ओह डियर ओह बॉय तो थोड़ी वाइफ ने सर MA की हुई है MA का दी MA सर पंजाबी च आई थी इन्होंने सानू अखबार दस्या से होल्ड ऑन 1 सेकंड यू टोल्ड मी स्वीटी कि 15 साल पहला ही कनाडा विच आए ने सर नहीं 15 साल पहला ਇਹਦੀ बड़ी भैन आई थी मैरिज बेस ਤੇ फिर उन्हें अपनी फैमिली बुलाई मेरी वाइफ ਨੂੰ आए हुए 7 साल हो गए थोड़ी वाइफ ਨੂੰ ਆਏ ਨੂੰ 7 साल हो गया हाँ जी सर समथिंग फिशी क्योंकि 21-22 साल तो बच्चा ਜਿਹੜਾ ਆ 7 29 31 32 33 ਉਹ ਕਿਵੇਂ ਆ ਸਕਦਾ ਫੈਮਿਲੀ ਦੇ ਨਾਲ ਆਈ ਡੋਂਟ ਨੋ ਯੂ ਸ਼ੋਰ ਕਿ ਉਹਨਾਂ ਦੀ ਪਹਿਲੀ ਮੈਰਿਜ ਹੈ ਸਰ ਅਕੋਰਡਿੰਗ ਟੂ ਮੀ ਸਾਨੂੰ ਤਾਂ ਸਰ ਆਹੀ ਦੱਸਿਆ ਪਹਿਲੀ ਮੈਰਿਜ ਹੀ ਆ ਹਾਂਜੀ ਕਮ ਔਨ ਬੇਬੀ what do you mean according to you ਕਿਉਂਕਿ ਜੇ ਮੈਂ ਕੈਲਕੂਲੇਸ਼ਨ ਟਾਈਮ ਨਾਮਾ ਤਾਂ ਕਾਨੂੰਨ ਜਿਹੜਾ ਆ ਉਹ ਇੰਨੇ ਸਾਲਾਂ ਬਾਅਦ ਕਿਵੇਂ ਆ ਸਕਦਾ ਆਈ ਡੋਂਟ ਨੋ ਲੈਟਸ ਸੀ ਵੀ ਨੋ ਵਾਟ ਡਿਸਪਿਊਟ ਔਨ ਦੈਟ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਤੁਹਾਡੀ ਵਾਈਫ ਨੇ MA ਪੰਜਾਬ ਚ ਕੀਤੀ ਆ ਹਾਂਜੀ ਸਰ 22 ਸਾਲ ਦੀ ਉਮਰ ਦੇ ਵਿੱਚ MA ਕਾਦੀ ਕੀਤੀ ਹੈ ਤੁਹਾਨੂੰ ਇਹ ਨਹੀਂ ਪਤਾ ਅੰਗਰੇਜ਼ੀ ਦੀ ਇਕਨੋਮਿਕਸ ਦੀ ਜਾਂ ਪੰਜਾਬੀ ਦੀ ਕਾਦੀ MA ਕੀਤੀ ਆ ਨਹੀਂ ਸਰ ਸਾਨੂੰ ਦੱਸਿਆ ਕਦੀ ਕਹਿ ਦਿੰਦੇ ਸੀਗੇ ਸਾਨੂੰ ਇੰਗਲਿਸ਼ ਦੀ MA ਆ ਕਦੀ ਸਾਨੂੰ ਕਿਹਾ ਕਿ ਪੰਜਾਬੀ ਦੀ ਆ ਕਿਉਂਕਿ ਅਸੀਂ ਕੋਈ ਸਰਟੀਫਿਕੇਟ ਚੈੱਕ ਨਹੀਂ ਕੀਤੇ ਬਟ ਉਹਨਾਂ ਨੇ ਮੇਰੇ ਸਾਰੇ ਸਰਟੀਫਿਕੇਟ ਚੈੱਕ ਕੀਤੇ ਆਈ ਨੋ ਬਟ ਮੈਂ ਇਹ ਜਾਣਨਾ ਚਾਹੁੰਦਾ ਸੰਦੀਪ ਸ਼ਰਮਾ ਜੀ ਤੁਸੀਂ ਵਿਆਹ ਤੁਸੀਂ ਕਰਾਇਆ ਕੁੜੀ ਦੇ ਨਾਲ ਤੁਹਾਨੂੰ ਕਦੇ ਕੁਛ ਕਹਿੰਦੀ ਕਦੇ ਕੁਛ ਕਹਿੰਦੀ ਹੈ ਇਹ ਕਿਵੇਂ ਹੋ ਸਕਦਾ ਕਿ MA ਕੀਤੀ ਹੈ ਤੇ ਤੁਹਾਨੂੰ ਇਹ ਨਹੀਂ ਪਤਾ MA ਕਾਦੀ ਕੀਤੀ ਹੈ MA ਕੀਤੀ ਜਾਂ MA ਕੀਤੀ ਹੈ ਸਰ MA ਕੀਤੀ ਸੀ ਕਿਉਂਕਿ ਜਦੋਂ ਮੈਰਿਜ ਦੇ ਬਾਅਦ ਸਰ 1 ਸਾਲ ਤੱਕ ਤਾਂ ਆ ਹੀ ਰਿਹਾ ਕਿ MA ਮੈਂ ਇੰਗਲਿਸ਼ ਦੀ ਕੀਤੀ ਆ ਸਾਨੂੰ ਇੰਗਲਿਸ਼ ਸੀਗਾ ਜਿੱਦਣ ਸਰ ਮੈਂ ਕੈਨੇਡਾ ਪਹੁੰਚ ਗਿਆ ਮੈਂ MBA HR ਸੀਗਾ ਤੇ ਮੈਂ ਆਪਣੀ HR ਦੀ ਜੌਬ ਸਰਚ ਕਰਦਾ ਸੀਗਾ ਤੇ ਉਦਾਂ ਹੀ ਗੱਲਾਂ ਵਿੱਚ ਇਹਨੇ ਮੈਨੂੰ ਦੱਸਿਆ ਕਿ ਜੌਬ ਇੱਥੇ ਕੋਈ ਵੀ ਕਰ ਲਓ ਮੈਂ ਵੀ ਤਾਂ MA ਪੰਜਾਬੀ ਕਰਕੇ ਆਈ ਸੀ ਮੈਂ ਕਿਹਾ ਤੂੰ ਤਾਂ ਸਾਨੂੰ ਇੰਗਲਿਸ਼ ਕਿਹਾ ਸੀ ਫਿਰ ਇਹਨੇ ਸਟੇਟਮੈਂਟ ਆਪਣੀ ਚੇਂਜ ਕਰ ਦਿੱਤੀ ਉਸ ਤੋਂ ਬਾਅਦ ਸਰ ਸਾਡੇ ਵਿੱਚ ਹੋਰ ਵੀ ਕਈ ਰੀਜ਼ਨ ਸੀਗੇ ਜਿਹੜਾ ਮੈਂ ਇਹਦੇ ਨਾਲ ਆਰਗੂਮੈਂਟਸ ਨਹੀਂ ਕਰਦਾ ਸੀਗਾ ਕਿਸੇ ਗੱਲ ਤੋਂ ਵੀ ਤੁਹਾਡੀ ਸ਼ਾਦੀ ਹੋਈ ਤੁਸੀਂ ਕੈਨੇਡਾ ਵਿੱਚ ਕਦੋਂ ਪਹੁੰਚੇ ਸਰ ਮੈਂ 2019 ਦੀ 14 ਮਈ ਨੂੰ ਆਇਆ ਸੀ 14 ਮਈ 2019 ਓਕੇ ਹੁਣ ਤੁਸੀਂ ਵਾਪਸ ਪੰਜਾਬ ਕਿਉਂ ਗਏ ਸਰ ਮੈਂ ਤੁਹਾਨੂੰ ਦੱਸਦਾ ਮੈਂ 14 ਮਈ 2019 ਨੂੰ ਕੈਨੇਡਾ ਆਇਆ ਸੀਗਾ ਕੈਨੇਡਾ ਆਂਦੇ ਹੀ ਮੇਰੀ ਵਾਈਫ ਨੇ ਮੈਨੂੰ ਸਪਾਂਸਰ ਕੀਤਾ ਸੀ ਇਹਦੀ ਰਿਸਪੌਂਸਿਬਿਲਟੀ ਸੀ ਮੈਨੂੰ ਰੱਖਣ ਦੀ ਬਟ ਇਹਨੇ ਮੈਨੂੰ ਮਨਾ ਕਰਤਾ ਸੀਗਾ ਇੱਕ ਰਾਤ ਪਹਿਲਾਂ ਜਦੋਂ ਮੈਂ ਇੰਡੀਆ ਤੋਂ ਫਲਾਈਟ ਫੜਨੀ ਸੀ ਕਿ ਮੇਰੇ ਕੋਲ ਰਹਿਣ ਦੀ ਜਗ੍ਹਾ ਹੈ ਨਹੀਂ ਇੰਡੀਆ ਤੋਂ ਆਉਣ ਲੱਗਾ $30,000 ਲੈ ਕੇ ਆਈ ਤਾਂ ਕਿ ਅਸੀਂ ਕਮਰਾ ਕਿਰਾਏ ਤੇ ਲੈ ਸਕੀਏ ਮਕਾਨ ਦੀ ਡਾਊਨ ਪੇਮੈਂਟ ਦੇ ਸਕੀਏ ਮੈਂ ਕਿਹਾ ਮੈਂ ਰਾਤੋਂ ਰਾਤ ਇੰਨੀ ਪੇਮੈਂਟ ਨਹੀਂ ਕਰ ਸਕਦਾ ਮੈਂ ਰਹਿਣ ਦਾ ਬੰਦੋਬਸਤ ਕਰ ਸਕਦਾ ਆ ਫਿਰ ਸਰ ਬਰਲਿੰਗਟਨ ਦੇ ਵਿੱਚ ਮੇਰੇ ਰਿਲੇਟਿਵ ਰਹਿੰਦੇ ਆ ਉਹਨਾਂ ਨੇ ਕਿਹਾ ਕਿ ਸਾਡੀ ਬੇਸਮੈਂਟ ਆ ਰਹਿਣਾ ਖਾਣਾ ਪੀਣਾ ਅਸੀਂ ਦਵਾਂਗੇ ਸਾਡੇ ਕੋਲ ਰਹੀ ਜਾਇਓ ਮੇਰੀ ਵਾਈਫ ਨੇ ਕਿਹਾ ਓਕੇ एयरपोर्ट तो मेरी वाइफ उन्होंने घर आ गई 3 दिन रेगुलर मेरे नाल रही उस तो बाद च मेरी वाइफ ने कहता मैं तेरे को सिर्फ वीकेंड ते आया करूंगी पूरा वीक मैं अपनी भैन होर चीजे दे घर रहना है क्योंकि मैनू उत्थों काम नेड़े पैंदा आ पहले वीकेंड ते आई सब कुछ नॉर्मल सीगा दूसरे वीकेंड ते आई आ ड्रिंक करके आई सीगी तीसरे वीकेंड ते आ नहीं आई चौथे वीकेंड ते ਇਹਦਾ ਅਸੀਂ ਬਰਥਡੇ ਸੈਲੀਬ੍ਰੇਟ ਕੀਤਾ ਸਭ ਕੁਝ ਕੀਤਾ ਬਟ ਐਵਰੀ ਵੀਕਐਂਡ ਤੇ ਇਸ ਕੁੜੀ ਨੇ ਮੈਨੂੰ ਇੰਨਾ ਟੌਰਚਰ ਕੀਤਾ ਕਿ ਪੈਸੇ ਮੰਗਾ ਮੈਂ ਤੈਨੂੰ ਇੰਡੀਆ ਜਾਣ ਨਹੀਂ ਦੇਣਾ ਮਾਪਿਓ ਦੇ ਨਾਲ ਗੱਲ ਕਰਨ ਨਹੀਂ ਦੇਣੀ ਤੇਰੀ ਸੈਲਰੀ ਮੇਰੇ ਅਕਾਊਂਟ ਵਿੱਚ ਆਏਗੀ ਜਿੱਥੇ ਮੈਂ ਜੌਬ ਲਵਾਉਂਗੀ ਉੱਥੇ ਜੌਬ ਕਰਨੀ ਆ ਔਰ ਇਹਦੇ ਨਾਲ ਇਹਦਾ ਜੀਜਾ ਵੀ ਮੈਨੂੰ ਟੌਰਚਰ ਕਰਦਾ ਸੀਗਾ ਉਸ ਤੋਂ ਬਾਅਦ ਸਰ 22 ਦਿਨ ਬਾਅਦ ਮੈਨੂੰ ਇੰਨਾ ਮੈਂਟਲੀ ਟੌਰਚਰ ਕਰਤਾ ਮੈਂ ਇਹਦੇ ਅੱਗੇ ਹੱਥ ਜੋੜ ਕੇ ਕਿਹਾ ਮੈਂ ਸਰ ਇੱਕ ਝੂਠ ਬੋਲਿਆ ਉਹ ਵੀ ਮੈਂ ਤੁਹਾਡੇ ਸਟੂਡੀਓ 'ਚ ਸੱਚ ਦੱਸੂਗਾ कि मैं सच के सिवा और कुछ नहीं बोलूंगा मैं झूठ बोलिया कि इंडिया च मेरे पापा सेकिया मैनू इंडिया जा लेन दो मैं उत्थों जाके पैसे इकट्ठे करके ले आऊंगा सर इस फैमिली नू लग्या ठीक है आ हुण पैसे लैन जा रहा या इन्ने सर मेरी वाइफ ने मैनू पासपोर्ट देता ते कहंदी तू इंडिया चल जा सर उस तो बाद आहा जिदन मैं इंडिया आना सीगा फिर मेरी उत्थे रिलेटिव दे घर आई दोपहर नू आके कहंदी ਇਹਨੇ ਮੇਰੇ ਟੈਚੀ ਦੇ ਉੱਤੇ ਪੈਰ ਰੱਖ ਲਿਆ ਔਰ ਕਹਿੰਦੀ ਮੈਂ ਇੰਡੀਆ ਜਾਣ ਨਹੀਂ ਦੇਣਾ ਇੱਥੇ ਹੀ ਪੈਸੇ ਮੰਗਾ ਮੈਂ ਇਹਨੂੰ ਹੱਥ ਜੋੜੇ ਮੈਂ ਇਹਦੇ ਪੈਰੀ ਵੀ ਪਿਆ ਮੈਂ ਆਪਣੇ ਸੌਂ ਖਾ ਕੇ ਕਹਿੰਦਾ ਮੈਂ ਇਹਦੇ ਪੈਰੀ ਪਿਆ ਮੈਂ ਇਹਨੂੰ ਕਿਹਾ ਮੈਨੂੰ ਇੰਡੀਆ ਜਾ ਲੈਂਦੇ ਮੇਰੇ ਪਾਪਾ ਬਹੁਤ ਸਿੱਕ ਆ ਮੈਂ ਜਾ ਕੇ ਪੈਸੇ ਦਾ ਅਰੇਂਜਮੈਂਟ ਕਰੂੰਗਾ ਤੇ ਲੈ ਆਉਂਗਾ
ਮੇਰਾ ਗ੍ਰੀਨ ਕਾਰਡ ਅੱਜ ਵੀ ਇਹਦੇ ਕੋਲ ਪਿਆ ਹੈ, PR ਕਾਰਡ। ਇਹਨੇ ਮੈਨੂੰ ਕਿਹਾ ਠੀਕ ਹੈ ਤੂੰ ਇੰਡੀਆ ਚੱਲ ਜਾ ਕੇ ਪੈਸੇ ਭੇਜ ਦੇਈਂ। ਸਰ ਮੇਰੀ ਵਾਈਫ, ਇਹਦੀ ਭੈਣ, ਇਹਦਾ ਜੀਜਾ, ਆਹ ਲੋਕ ਆਪ ਮੈਨੂੰ ਇੰਡੀਆ ਚੜਾ ਕੇ 에ਅਰਪੋਰਟ ਤੇ ਚੜਾ ਕੇ ਆਏ ਹੈ। ਜਦੋਂ ਮੈਂ ਇੰਡੀਆ ਪਹੁੰਚ ਗਿਆ, ਇਹਦੀ ਮੰਮੀ ਦੀ ਮਾਰਨਿੰਗ 'ਚ ਕਾਲ ਆਈ ਮੈਨੂੰ ਆਂਦੇ ਹੀ ਕਿ ਬੇਟਾ ਕਦੋਂ ਤੱਕ ਤੂੰ ਪੈਸੇ ਅਰੇਂਜ ਕਰ ਲੇਗਾ। ਮੈਂ ਕਿਹਾ ਮੰਮੀ ਜੀ ਹਜੇ ਤਾਂ ਮੈਂ ਪਹੁੰਚਿਆ ਹੂੰ, ਮੈਨੂੰ ਟਾਈਮ ਦੇ ਦਿਓ। ਉਸ ਤੋਂ ਬਾਅਦ ਸਰ 3 ਘੰਟੇ ਬਾਅਦ ਇਹਦੀ ਮੰਮੀ ਦੀ ਕਾਲ ਆ ਗਈ, ਜੇ ਤੂੰ ਪੈਸੇ ਨਹੀਂ ਅਰੇਂਜ ਕਰਨੇ ਤੇ ਰਿਸ਼ਤਾ ਖਤਮ ਕਰ, ਖੱਲੀ ਬੱਲੀ ਕਰ, ਮੈਂ ਕੰਮ ਨੂੰ ਲੰਬਾ ਨਹੀਂ ਪਾਣਾ। ਅਸੀਂ ਸਰ ਤਾਂ ਵੀ ਚੁੱਪ ਕਰ ਗਏ। 1 ਹਫ਼ਤੇ ਤੱਕ ਮੇਰੀ ਵਾਈਫ ਦੀ ਕਾਲ ਆਂਦੀ ਰਹੀ, ਪੈਸੇ ਕਦੋਂ ਪਾਣੇ ਆ, ਕਦੋਂ ਪਾਣੇ ਆ। ਸਰ 10 ਦਿਨ ਬਾਅਦ ਇੰਡੀਆ ਤੋਂ ਮੈਂ ਕਲੀਅਰ ਕਹਿ ਦਿੱਤਾ ਕਿ ਸਾਡੀ ਮੈਰਿਜ ਤੋਂ ਪਹਿਲਾਂ ਕੋਈ ਪੈਸੇ ਦੀ ਡੀਲ ਨਹੀਂ ਹੋਈ ਸੀ, ਮੈਂ ਇੱਕ ਵੀ ਪੈਸਾ ਨਹੀਂ ਦੇਣਾ, ਮੈਂ ਘਰ ਵਸਾਣਾ ਆ ਪਿਆਰ ਦੇ ਨਾਲ। ਸਰ ਉਸ ਦਿਨ ਤੋਂ ਬਾਅਦ ਮੇਰੀ ਵਾਈਫ ਨੇ, ਇਹਦੀਆਂ ਭੈਣਾਂ ਨੇ, ਜੀਜਿਆਂ ਨੇ ਹਰ ਜਗ੍ਹਾ ਤੋਂ ਮੈਨੂੰ ਬਲੌਕ ਕਰ ਦਿੱਤਾ। ਇਹਦੀ ਮੰਮੀ ਦੀ ਸਾਨੂੰ ਲਾਸਟ ਕਾਲ ਆਈ ਜਿਹਦੇ ਵਿੱਚ ਉਹਨਾਂ ਨੇ ਵੌਇਸ ਮੈਸੇਜ ਆਇਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਮੇਰੀ ਕੁੜੀ ਦਾ ਜੋ ਵੀ ਸਮਾਨ ਆ ਸਾਨੂੰ ਭੇਜ ਦਿਓ। ਜਦ ਕਿ ਸਰ ਇਹਨਾਂ ਦੇ ਸਾਰੇ ਰਿਲੇਟਿਵ ਗਵਾਹ ਆ, ਮੈਰਿਜ 'ਚ 35 ਬੰਦੇ ਬਰਾਤ 'ਚ ਗਏ ਸੀ, ਇਹਨਾਂ ਨੇ ਕੋਈ ਦਾਜ ਨਹੀਂ ਦਿੱਤਾ ਸੀ। ਇਹਦੀ ਮੰਮੀ ਨੇ ਕਲੀਅਰ ਕਹਿ ਦਿੱਤਾ ਸੀ ਕਿ ਮੇਰੇ ਹਸਬੈਂਡ 15 ਸਾਲ ਤੋਂ ਪੈਰਾਲਾਈਜ਼ ਆ, ਮੈਂ 1 ਰੁਪਈਆ ਨਹੀਂ ਦਊਂਗੀ। ਤਾਂ ਮੇਰੇ ਫਾਦਰ ਨੇ ਕਿਹਾ ਸੀ ਸਾਡੇ ਘਰ ਕੋਈ ਧੀ ਨਹੀਂ ਜੰਮੀ ਹੋ, ਅਸੀਂ ਕੋਈ ਦਾਜ ਨਹੀਂ ਲੈਣਾ, 3 ਕੱਪੜਿਆਂ ਵਾਲਾ ਕੁੜੀ ਲੈਣੀ ਆ। ਉਸ ਤੋਂ ਬਾਅਦ ਸਰ 2 ਮਹੀਨੇ ਅਸੀਂ ਬਹੁਤ ਅਪਰੋਚਾਂ ਕੀਤੀਆਂ, ਬਟ ਇਹਦੀ ਮੰਮੀ ਨੇ ਕਹਿ ਦਿੱਤਾ ਜੇ ਮੇਰੇ ਘਰ ਕੋਈ ਆਏਗਾ ਤੇ ਮੈਂ ਐਸਾ ਕੇਸ ਪਾ ਦੂੰਗੀ ਕਿ ਤੁਸੀਂ ਯਾਦ ਰੱਖੋਗੇ। ਅਸੀਂ ਸਰ ਇਹਦੇ ਘਰ ਨਹੀਂ ਗਏ। ਫਿਰ ਐਜ਼ ਪਰ ਇੰਡੀਅਨ ਕਲਚਰ 17 ਅਕਤੂਬਰ ਨੂੰ ਕਰਵਾ ਚੌਥ ਸੀਗਾ। ਮੇਰੀ ਫੈਮਿਲੀ ਨੇ ਕਿਹਾ ਕੋਈ ਨਹੀਂ, ਕਰਵਾ ਚੌਥ ਆ ਪੁੱਤ, ਵਿਆਹ ਤੋਂ ਬਾਅਦ ਤੁਹਾਡਾ ਦੂਜਾ ਆ, ਤੂੰ ਚੱਲ ਜਾ, ਕੋਈ ਨਹੀਂ, ਗੁੱਸੇ ਰਾਜੀ ਹਸਬੈਂਡ ਵਾਈਫ 'ਚ ਹੁੰਦੀ ਹੈ, ਸਭ ਕੁਝ ਠੀਕ ਹੋ ਜਾਏਗਾ। 7 ਅਕਤੂਬਰ ਨੂੰ ਸਰ ਮੈਂ ਕਰਵਾ ਚੌਥ ਲੈ ਕੇ ਆਇਆ, 에ਅਰਪੋਰਟ ਤੇ ਮੈਨੂੰ ਅਰੈਸਟ ਕਰ ਲਿਆ ਗਿਆ। ਮੈਂ ਰੀਜ਼ਨ ਪੁੱਛਿਆ ਤੇ ਉਹਨਾਂ ਨੇ ਕਿਹਾ ਤੁਹਾਡੀ ਵਾਈਫ ਨੇ ਐਲੀਗੇਸ਼ਨ ਲਾਏ ਆ ਕਿ ਮੇਰੇ ਹਸਬੈਂਡ ਨੇ ਮੇਰਾ ਰੇਪ ਕੀਤਾ ਹੈ। ਦੈਨ ਸਰ ਮੇਰੇ ਭੂਆ ਜੀ ਮੇਰੀ ਬੇਲ ਕਰਾ ਕੇ ਮੈਨੂੰ ਆਪਣੇ ਘਰ ਲੈ ਗਏ। ਮੇਰੇ ਉੱਤੇ ਰੇਪ ਦੇ ਐਲੀਗੇਸ਼ਨ ਸੀਗੇ, ਮੈਂ ਕੈਨੇਡਾ ਦੇ ਵਿੱਚ ਕਿਤੇ ਸਰ ਕੰਮ ਨਹੀਂ ਕਰ ਸਕਦਾ ਸੀਗਾ। ਮੇਰੀ ਭੂਆ ਵਿਚਾਰੀ, ਉਹਦਾ ਹਸਬੈਂਡ ਨਹੀਂ ਆ, ਕੋਈ ਪੁੱਤ ਨਹੀਂ ਆ, ਬਜ਼ੁਰਗ ਆ 75 ਈਅਰ, ਜਿੰਨਾ ਹੋਇਆ ਉਹਨੇ ਮੇਰੀ ਹੈਲਪ ਕੀਤੀ। ਸਰ 5 ਮਹੀਨੇ ਹੋ ਗਏ ਸੀ, ਮੇਰੇ ਕੋਲ ਵਕੀਲਾਂ ਦੇ ਪੈਸੇ ਦੇਣ ਨੂੰ ਪੈਸਾ ਨਹੀਂ ਸੀ, ਅਸੀਂ ਬਰਬਾਦ ਹੋ ਚੁੱਕੇ ਸੀਗੇ, ਹੋਰ ਮੈਂ ਕੰਮ ਕਿਤੇ ਕਰ ਨਹੀਂ ਸਕਦਾ ਸੀਗਾ। ਫਿਰ ਸਰ ਮੈਂ ਹੁਣ ਇੰਡੀਆ ਆ ਗਿਆ ਹੂੰ। ਮੇਰੀ ਸਰ ਆਹ ਰਿਕੁਐਸਟ ਹੈ, ਮੇਰੀ ਵਾਈਫ ਮੇਰੇ ਕੋਲ ਸਿਰਫ ਵੀਕਐਂਡ ਤੇ ਆਂਦੀ ਸੀਗੀ, ਪਹਿਲੇ ਵੀਕਐਂਡ, ਸੈਕਿੰਡ ਵੀਕਐਂਡ ਐਂਡ 4th ਵੀਕਐਂਡ, ਐਵਰੀ ਵੀਕਐਂਡ ਹੈਪੀ ਸੀਗੀ। ਲਾਸਟ ਵੀਕਐਂਡ ਤੇ ਮੈਂ ਇਹਦਾ ਬਰਥਡੇ ਮਨਾਇਆ, ਕੇਕ ਕੱਟਿਆ, ਖੁਸ਼ ਆ। ਜੇ ਸਰ ਮੈਂ ਇਹਦਾ ਰੇਪ ਕੀਤਾ ਤੇ ਇਹਨੇ ਉਦੋਂ ਮੇਰੀ ਕੰਪਲੇਨ ਕਿਉਂ ਨਹੀਂ ਕਰਾਈ, 에ਅਰਪੋਰਟ ਤੇ ਮੇਰੀ ਕੰਪਲੇਨ ਕਿਉਂ ਨਹੀਂ ਕਰਾਈ? ਹੋਰ ਮੇਰੇ ਇੰਡੀਆ ਆਉਣ ਤੋਂ ਸਰ 24 ਦਿਨ ਬਾਅਦ ਜਦੋਂ ਅਸੀਂ ਕਲੀਅਰ ਕੱਟ ਕਹਿਤਾ ਕਿ ਅਸੀਂ ਤੁਸੀਂ ਜਦੋਂ ਤੁਹਾਡੀ ਸ਼ਾਦੀ ਹੋਈ ਆ ਆਪਣੀ ਤੁਹਾਡੀ ਸ਼ਾਦੀ 12 ਮਾਰਚ 2018 ਵਿੱਚ ਹੁੰਦੀ ਹੈ ਤੇ ਕਿੰਨਾ ਸਮਾਂ ਤੁਹਾਡੇ ਨਾਲ ਰਹਿੰਦੀ ਹੈ ਸ਼ਾਦੀ ਵੇਲੇ? ਹਾਂ ਸਰ 12 ਮਾਰਚ ਤੋਂ ਬਾਅਦ ਆ ਸਰ 30 ਮਾਰਚ ਨੂੰ ਕੈਨੇਡਾ ਵਾਪਸ ਚੱਲ ਗਈ ਸੀਗੀ। ਟੋਟਲ ਅਸੀਂ ਇਕੱਠੇ 15 ਦਿਨ ਰਹੇ ਹਾਂ। 15 ਦਿਨਾਂ ਵਿੱਚੋਂ ਵੀ ਲਾਈਕ 10 12 13 ਦਿਨ ਇਕੱਠੇ ਰਹੇ ਹੋਣਗੇ, ਬਾਕੀ 2-4 ਦਿਨ ਤਾਂ ਸਰ ਘੁੰਮਣ ਫਿਰਨ ਚ ਹੀ ਨਿਕਲ ਗਏ ਸੀਗੇ ਸਾਡੇ। ਇੰਨਾ ਸ਼ਾਰਟ ਟਾਈਮ ਤੁਸੀਂ ਕਿਉਂ ਰਹੇ, ਮਤਲਬ ਮਹੀਨਾ ਕਿਉਂ ਨਹੀਂ ਰਹੀ ਤੁਹਾਡੀ ਵਾਈਫ ਤੁਹਾਡੇ ਨਾਲ? ਤੁਹਾਡੇ ਰਿਲੇਸ਼ਨ ਠੀਕ ਸੀ? ਸ਼ੀ ਵਾਸ ਹੈਪੀ ਵਿਦ ਯੂ? ਤੁਹਾਡੇ ਨਾਲ ਖੁਸ਼ ਸੀਗੀ ਤੁਹਾਡੀ ਵਾਈਫ? ਸਰ ਬਿਲਕੁਲ ਖੁਸ਼ ਸੀਗੀ। 1 ਸਾਲ ਤੱਕ ਪੂਰਾ, ਜਦ ਤੱਕ ਮੇਰਾ ਵੀਜ਼ਾ ਨਹੀਂ ਲੱਗਾ ਸੀਗਾ, ਪੂਰਾ ਖੁਸ਼ ਸੀਗੀ। 1 ਸਾਲ ਤੱਕ ਸਾਡੇ ਵਿੱਚ ਕੋਈ ਮਿਸਅੰਡਰਸਟੈਂਡਿੰਗ ਨਹੀਂ ਸੀਗੀ। ਜਿੱਦਣ ਸਰ ਮੇਰਾ ਵੀਜ਼ਾ ਲੱਗ ਗਿਆ, ਇਹਨਾਂ ਨੂੰ ਪਤਾ ਲੱਗ ਗਿਆ, ਉਸ ਦਿਨ ਤੋਂ ਬਾਅਦ 'ਚ ਸਰ ਇਹਨਾਂ ਨੇ ਸਾਡਾ ਜੀਣਾ ਹਰਾਮ ਕਰ ਦਿੱਤਾ। ਐਨੀਵੇ ਤੁਹਾਡੀ ਵਾਈਫ ਨੇ ਤੁਹਾਨੂੰ ਸੱਦਿਆ ਇੱਥੇ ਕੈਨੇਡਾ, ਜਦੋਂ ਤੁਸੀਂ ਪਹਿਲੀ ਵਾਰੀ ਆਏ ਤੁਹਾਨੂੰ ਰਿਸੀਵ ਕਰਨ ਤੁਹਾਡੀ ਵਾਈਫ ਗਈ ਹੈ, ਤਾਂ ਉਸ ਤੋਂ ਬਾਅਦ ਤੁਹਾਡੀ ਮਦਰ ਲਾਅ ਵੀ ਤੁਹਾਨੂੰ ਮਿਲੀ ਹੈ, ਤੁਹਾਡੇ ਸਾਡੂ ਵੀ ਮਿਲੇ ਆ? ਨਹੀਂ ਸਰ, ਮਦਰ ਇਨ ਲਾਅ ਤਾਂ ਮੇਰੀ ਇੰਡੀਆ ਹੀ ਸੀਗੀ, ਮੇਰਾ ਸਾਂਡੂ ਮਿਲਿਆ ਸੀ। ਉਹ ਮਿਲਿਆ ਸੀਗਾ, ਸੋ ਤੁਹਾਨੂੰ ਉਹਨਾਂ ਨੇ ਇਨਵਾਈਟ ਕੀਤਾ ਹੋਵੇ ਘਰ ਵਿੱਚ ਖਾਣੇ ਤੇ? ਨਹੀਂ ਸਰ, ਇਹਨਾਂ ਨੇ, ਸਰ ਮੈਂ ਤੁਹਾਨੂੰ ਦੱਸਦਾ, ਇਹਨਾਂ ਨੇ ਸਾਨੂੰ ਕਦੀ ਕੋਈ ਇਨਵਾਈਟ ਨਹੀਂ ਕੀਤਾ, ਕੁਛ ਨਹੀਂ ਕਦੀ ਸਾਨੂੰ ਸੱਦਿਆ। ਔਰ ਉਸ ਤੋਂ ਬਾਅਦ 'ਚ ਹਰ ਵੇਲੇ ਇੱਕੋ ਹੀ ਗੱਲ ਸੀਗੀ ਮੇਰੇ ਸਾਂਡੂ ਦੀ ਕਿ ਮੈਨੂੰ ਸਰ 2-3 ਜਗ੍ਹਾ ਤੋਂ ਜੌਬ ਮੇਰੀ ਲੱਗ ਵੀ ਗਈ ਸੀ। ਮੈਂ ਇੰਡੀਆ ਤੋਂ ਨਵਾਂ ਆਇਆ, ਇੱਕ ਟਿਮ ਹੋਟਲ 'ਚ ਲੱਗੀ, ਬਾਲਟੀਆਂ ਵਾਲੀ ਕੰਪਨੀ 'ਚ ਲੱਗੀ, ਪਰ ਇਹਨਾਂ ਲੋਕਾਂ ਨੇ ਮੈਨੂੰ ਜੌਬ ਨਹੀਂ ਕਰਨ ਦਿੱਤੀ। ਮੇਰੇ ਸਾਂਡੂ ਦੀ ਇੱਕੋ ਹੀ ਗੱਲ ਸੀਗੀ, ਜਿੱਥੇ ਮੈਂ ਜੌਬ ਲਗਵਾਉਂਗਾ ਉੱਥੇ ਜੌਬ ਲਗਾਣੀ ਆ। ਔਰ ਮੇਰੀ ਵਾਈਫ ਦੀ ਸਰ ਮੈਂ ਨਾ CIBC ਅਕਾਊਂਟ 'ਚ ਬੈਂਕ 'ਚ ਆਪਣਾ ਅਕਾਊਂਟ ਖੁਲਵਾ ਲਿਆ ਸੀ। ਉਸ ਰਾਤ ਮੇਰੀ ਵਾਈਫ ਨੇ ਇੰਨਾ ਕਲੇਸ਼ ਕੀਤਾ ਕਿ ਤੂੰ ਅਕਾਊਂਟ ਕਿੱਦਾਂ ਖੁਲਵਾ ਲਿਆ, ਤੇਰੀ ਸੈਲਰੀ ਮੇਰੇ ਅਕਾਊਂਟ 'ਚ ਆਣੀ ਹੈ, ਤੂੰ ਅਕਾਊਂਟ ਨਹੀਂ ਖੁਲਵਾਏਗਾ, ਮੇਰੇ ਅਕਾਊਂਟ ਲਾ ਐਡ ਕਰ। ਔਰ ਸਰ 20-22 ਦਿਨ ਦੇ ਵਿੱਚ ਇੰਨਾ ਕਲੇਸ਼ ਹੋਇਆ। ਤੁਸੀਂ ਕਿੰਨਾ ਸਮਾਂ ਕੈਨੇਡਾ ਕਿੰਨਾ ਸਮਾਂ ਰਹੇ ਆ ਵਾਈਫ ਦੇ ਨਾਲ, ਉਸ ਤੋਂ ਬਾਅਦ ਵਾਪਸ ਗਏ ਆ ਪੈਸੇ ਲੈਣ? ਸਰ ਮੈਂ ਵਾਈਫ ਦੇ, ਮੈਂ ਕੈਨੇਡਾ 'ਚ ਪਹਿਲਾਂ 22 ਦਿਨ ਰਿਹਾ ਹਾਂ, 22 ਦਿਨਾਂ ਵਿੱਚ ਮੈਂ ਟੋਟਲ ਵਾਈਫ ਦੇ ਨਾਲ 8 ਦਿਨ ਰਿਹਾ ਹਾਂ ਕੈਨੇਡਾ 'ਚ। ਸੋ ਤੁਸੀਂ ਆਪਸ ਵਿੱਚ ਰਿਲੇਸ਼ਨ ਬਣਾਏ ਸੀ ਵਾਈਫ ਨਾਲ? ਸਰ ਬਿਲਕੁਲ ਪੂਰੇ ਰਿਲੇਸ਼ਨ, ਹਸਬੈਂਡ ਵਾਈਫ ਵਾਲੇ ਸਾਰੇ ਰਿਲੇਸ਼ਨ ਬਣਦੇ ਸੀਗੇ।
ਤੇ ਫਿਰ ਚੱਕਰ ਕੀ ਹੋਇਆ ਤੁਹਾਡਾ? ਇੱਕ ਕਿਉਂ ਇਸ ਤਰ੍ਹਾਂ ਤੁਸੀਂ ਆਪਸ ਵਿੱਚ ਉਲਝ ਗਏ? ਤੁਹਾਨੂੰ ਪੀਆਰ ਕਾਰਡ ਮਿਲ ਚੁੱਕਾ ਹੈ ਜਦੋਂ ਤੁਸੀਂ ਗਏ ਇੰਡੀਅਨ? ਨਹੀਂ ਸਰ ਨਹੀਂ ਸਰ, ਪੀਆਰ ਕਾਰਡ ਮੇਰੀ ਵਾਈਫ ਕੋਲ ਆ ਚੁੱਕਾ ਸੀ, ਪਰ ਇਹਨੇ ਮੈਨੂੰ ਦੱਸਿਆ ਨਹੀਂ ਕਿ ਪੀਆਰ ਕਾਰਡ ਆ ਗਿਆ ਹੈ। ਜਦੋਂ ਮੈਂ ਇੰਡੀਆ ਪਹੁੰਚ ਗਿਆ ਇਹਨੇ ਮੈਨੂੰ ਕਿਹਾ ਕਿ ਤੇਰਾ ਪੀਆਰ ਕਾਰਡ ਮੇਰੇ ਕੋਲ ਆ, ਇੰਡੀਆ ਤੋਂ ਆ ਜਾ, ਪੈਸੇ ਲੈ ਆਈ ਤੇ ਆਪਣਾ ਪੀਆਰ ਕਾਰਡ ਲੈ ਲਈ। ਤੇ ਉਸ ਤੋਂ ਬਾਅਦ ਸਰ ਮੇਰੀ ਤੁਸੀਂ ਹੁਣ ਕਦੋਂ ਤੁਹਾਡੇ ਤੇ ਜਦੋਂ ਤੁਸੀਂ 에ਅਰਪੋਰਟ ਤੇ ਆਏ ਇੱਥੇ ਤੁਹਾਡੇ ਚਾਰਜ ਲੱਗੇ ਤੇ ਪੁਲਿਸ ਨੇ ਤੁਹਾਨੂੰ ਅਰੈਸਟ ਕਰ ਲਿਆ 에ਅਰਪੋਰਟ ਤੇ, ਸੋ ਉਸ ਤੋਂ ਬਾਅਦ ਤੁਸੀਂ ਜ਼ਮਾਨਤ ਤੇ ਬਾਹਰ ਆਏ, ਠੀਕ ਹੈ ਨਾ? ਤੁਹਾਡੇ ਉੱਪਰ ਚਾਰਜ ਰੇਪ ਦੇ, ਤਾਂ ਹੋਰ ਕੀ ਚਾਰਜ ਲੱਗੇ ਪੁਲਿਸ ਨੇ ਲਾਏ? ਸਰ ਆਹੀ ਲਾਏ ਸੀਗੇ, ਰੇਪ ਦੇ, ਸੈਕਸ਼ੂਅਲ ਅਸੌਲਟ ਦੇ। ਓਕੇ, ਦੋ ਤੁਹਾਡੇ ਚਾਰਜ ਸਟੇਟ, ਉਹਨਾਂ ਫਿਰ ਚਾਰਜ ਨੂੰ ਡੀਲ ਕੀਤਾ, ਤੁਸੀਂ ਉਹਦੇ ਭੱਜ ਗਏ ਇੱਥੋਂ? ਸਰ ਨਹੀਂ, ਮੇਰੀ ਇੱਥੇ ਮੈਂ ਵਕੀਲ ਕੀਤਾ ਹੋਇਆ, ਮੇਰੀ ਤਰੀਕਾਂ ਪੈਂਦੀਆਂ, ਬਾਅਦ ਚ ਸਰ ਕੋਵਿਡ ਆ ਗਿਆ ਤੇ ਕੋਰਟ ਬੰਦ ਹੋ ਗਏ। ਹੁਣ ਵੀ ਮੇਰੀ 14 ਜਨਵਰੀ की ਤਾਰੀਖ ਸੀਗੀ, ਵਕੀਲ ਮੇਰਾ ਜਾ ਕੇ ਆਇਆ ਇੱਥੇ, ਬਟ ਸਰ ਮੇਰੇ ਕੋਲ ਕੈਨੇਡਾ ਦੇ ਵਕੀਲ ਨੂੰ ਪੈਸੇ ਦੇਣ ਨੂੰ ਪੈਸੇ ਹੀ ਨਹੀਂ ਹੈ, ਕੰਮ ਮੈਂ ਕਰ ਨਹੀਂ ਸਕਦਾ। ਕਮ ਔਨ, ਯੂ ਹੈਵ ਟੂ ਕਮ ਬੈਕ, ਯੂ ਸ਼ੁਡ ਕਮ ਬੈਕ, ਡੀਲ ਵਿਦ ਦੀ ਪੁਲਿਸ। ਪੁਲਿਸ ਦੀ ਰਿਸਪੈਕਟ ਕਰ, ਸਾਡੀ ਕੋਰਟ ਦੀ ਰਿਸਪੈਕਟ ਕਰ ਹੈ। ਤੁਸੀਂ ਵਾਪਸ ਆਓ ਔਰ ਤੁਹਾਨੂੰ ਜੇ ਤੁਸੀਂ ਕੁਝ ਗਲਤ ਕੰਮ ਨਹੀਂ ਕੀਤਾ ਤੁਹਾਨੂੰ ਇਸ ਇਨਸਾਫ ਮਿਲੇਗਾ। ਓਕੇ ਸੰਦੀਪ, ਬਟ ਲਿਸਨ ਟੂ ਮੀ ਕੇਅਰਫੁਲ, ਤੁਹਾਨੂੰ ਕੋਰਟ ਆਰਡਰ ਨੇ, ਤੁਸੀਂ ਪੁਲਿਸ ਨੂੰ ਪ੍ਰੋਮਿਸ ਕੀਤਾ ਹੈ ਕਿ ਮੈਂ ਕੋਰਟ ਵਿੱਚ ਪੇਸ਼ ਹੋਊਂਗਾ। ਯੂ ਸ਼ੁਡ ਕਮ ਬੈਕ, ਕਮ ਔਨ ਬੇਬੀ। ਹਾਂਜੀ, ਯੂ ਸ਼ੁਡ ਕਮ ਬੈਕ। ਹਾਂਜੀ ਸਰ ਮੈਂ ਆਉਂਗਾ, ਬਟ ਸਰ ਕੀ ਕਹਿੰਦੇ ਹਜੇ ਤਾਂ ਮੈਂ ਨੈਵਰ ਮਾਈਂਡ, ਯੂ ਹੈਵ ਟੂ ਕਮ ਬੈਕ, ਡੀਲ ਆਪਣਾ ਜਿਹੜਾ ਇਸ਼ੂ ਹੈ ਡੀਲ ਕਰੋ। ਤੁਹਾਡੀ ਇਮੀਗ੍ਰੇਸ਼ਨ ਤੁਹਾਡੇ ਕੋਲ ਹੈ, ਜੇ ਤੁਹਾਡੇ ਕੋਲ ਪੀਆਰ ਕਾਰਡ ਹੈ ਨਹੀਂ ਗਾ, ਇੱਕ ਸਿਸਟਮ ਹੈ, ਤੁਸੀਂ ਐਮਬੈਸੀ ਵਿੱਚ ਜਾਓ, ਉਹਨਾਂ ਨੇ ਤੁਹਾਨੂੰ ਇੱਕ ਟੈਂਪਰੇਰੀ ਸਰਟੀਫਿਕੇਟ ਇਸ਼ੂ ਕਰ ਦੇਣਾ, ਵਨ ਵੇ ਟੂ ਟਰੈਵਲ। ਕੈਨੇਡੀਅਨ ਐਮਬੈਸੀ ਨੇ ਤੁਹਾਨੂੰ ਇੱਕ ਸਰਟੀਫਿਕੇਟ ਦੇਣਾ, $50 ਲੈਂਦੇ ਨੇ। ਮੈਂ ਤੁਹਾਨੂੰ ਨੰਬਰ ਦੇ ਦਿੰਦਾ, ਤੁਸੀਂ ਉਹਨੂੰ ਕਾਲ ਕਰ ਲਓ ਔਰ ਇੱਕ ਨੰਬਰ ਲਿਖੋ, ਗੁਪਤਾ ਜੀ ਨੇ ਤੇ ਮੈਟਰੋ ਇਮੀਗ੍ਰੇਸ਼ਨ ਦੇ, ਕਾਲ ਹਿਮ 905, ਲਿਖੋ ਨੰਬਰ, ਕਮ ਔਨ ਬੇਬੀ। ਹਾਂਜੀ ਸਰ, 905 6731200, ਰਾਈਟ? 905-673-1200 ਤੇ ਕਾਲ ਕਰੋ, ਰਾਈਟ ਵੇ। ਤੁਹਾਨੂੰ ਫ੍ਰੀ ਸਲਾਹ ਦੇਣਗੇ, ਦੱਸਣਗੇ ਤੁਹਾਨੂੰ ਕਿਵੇਂ ਤੁਸੀਂ ਅਪਲਾਈ ਕਰਨਾ, ਤੇ ਤੁਸੀਂ ਉਹਦੇ ਉੱਪਰ ਟਰੈਵਲ ਕਰਕੇ ਵਾਪਸ ਆ ਸਕਦੇ ਹੋ। ਠੀਕ ਹੈ ਸਰ। ਇਹ ਤੁਸੀਂ ਗਏ ਕਦੋਂ ਸੀਗੇ, ਕਿਹੜੇ ਮਹੀਨੇ ਗਏ ਵਾਪਸ? ਸਰ ਮੈਂ 1 ਮਾਰਚ ਨੂੰ ਗਿਆ ਹੂੰ। ਕਿਹੜੀ ਇਸ ਪਿਛਲੇ ਸਾਲ 1 ਮਾਰਚ ਨੂੰ? ਹਾਂਜੀ ਸਰ, ਬਾਅਦ ਚ ਕੋਵਿਡ ਚ। ਆਲਰਾਈਟ, ਸਟਾਪ ਇਟ, ਯੂ ਮਸਟ ਕਮ ਬੈਕ ਐਂਡ ਡੀਲ। ਜਿਹੜੇ ਕੋਰਟ ਦਾ ਮੈਟਰ ਆ ਇਹਨੂੰ ਡੀਲ ਕਰੋ। ਓਕੇ, ਡੋਂਟ ਮੇਕ ਐਨੀ ਐਕਸਕਿਊਜ਼, ਟੈਲ them ਟਰੂ ਜੱਜ ਸਾਹਿਬ ਨੂੰ ਤੁਸੀਂ ਸੱਚ ਦੱਸੋ, ਪੁਲਿਸ ਨੂੰ ਸਹੀ ਇਨਫੋਰਮੇਸ਼ਨ ਦਿਓ। ਜੇ ਤੁਸੀਂ ਪੁਲਿਸ ਨੂੰ ਸਹੀ ਇਨਫੋਰਮੇਸ਼ਨ ਦਿਓਗੇ, ਪ੍ਰੈਸ ਨੂੰ ਸਹੀ ਇਨਫੋਰਮੇਸ਼ਨ ਦਿਓਗੇ, ਤੁਹਾਨੂੰ ਇਨਸਾਫ ਦੇਵੇਗੀ। ਸਾਡੇ ਕੈਨੇਡਾ ਦੀ ਪੁਲਿਸ, ਦੁਨੀਆ ਦੀ ਪੁਲਿਸ ਵੈਸੇ ਦੇਖਿਆ ਜਾਵੇ ਕੋਈ ਐਸੀ ਗੱਲ ਨਹੀਂ, ਠੀਕ ਹੈ ਕੁਝ ਮਾੜੇ ਲੋਕ ਹੋਣਗੇ, ਪਰ ਮੈਨੂੰ ਮਾਣ ਹੈ ਸਾਡੀ ਪੀਰ ਪੁਲਿਸ ਤੇ, ਮੈਨੂੰ ਮਾਣ ਹੈ ਮੈਟਰੋ ਤੇ, ਸਾਡੇ ਮੈਂ ਇਸ ਮੁਲਕ ਵਿੱਚ ਰਹਿੰਦਾ ਆ, ਮੈਨੂੰ ਪੰਜਾਬ ਪੁਲਿਸ ਦੇ ਅਫਸਰਾਂ ਤੇ ਮਾਣ ਹੈ, ਦੂਜੇ ਪੁਲਿਸ ਅਫਸਰ ਮਾਣ ਆ। ਤੁਸੀਂ ਜਿੰਨਾ ਚਿਕ ਸੱਚ ਬੋਲਦੇ ਹੋ ਤੁਹਾਡੇ ਨਾਲ ਪੁਲਿਸ ਖੜੀ ਹੈ, ਜੇ ਝੂਠ ਬੋਲਦੇ ਹੋ ਪੁਲਿਸ ਐਕਸ਼ਨ ਨਹੀਂ ਲੈਂਦੀ। ਟੈਲ ਟਰੂ। ਔਰ ਇਸ ਤੱਕ ਉਹ ਵੀ ਬੰਦੇ ਲਪੇਟ ਵਿੱਚ ਆ ਜਾਂਦੇ ਨੇ ਜਿਹੜੇ ਉਹਨਾਂ ਨੂੰ ਇਨਸਿਸਟ ਕਰਦੇ, ਤੂੰ ਆਹ ਕੰਮ ਕਰਦੇ, ਆਹ ਕੰਮ ਕਰਦੇ, ਉਹਨਾਂ ਨੂੰ ਵੀ ਪੁਲਿਸ ਚਾਰਜ ਕਰਦੀ ਇੱਥੇ। ਤੁਸੀਂ ਮੇਰੀ ਗੱਲ ਮੰਨੋ, ਜੇ ਤੁਹਾਡੀ ਵਾਈਫ ਨੂੰ ਕਿਸੇ ਨੇ ਗਲਤ ਕਿਹਾ ਕਿ ਤੁਸੀਂ ਗਲਤ ਚਾਰਜ ਲਾਓ, ਉਹ ਵੀ ਚਾਰਜ ਹੋਣਗੇ। ਯੂ ਕਮ ਬੈਕ। ਠੀਕ ਹੈ, ਪਰ ਸਰ ਮੈਨੂੰ ਇਦਾਂ ਕਿਹਾ ਗਿਆ ਕਿ ਮੈਂ ਜਿੱਦਾਂ 2 ਜਗ੍ਹਾ। ਨੈਵਰ ਮਾਈਂਡ KK, ਯੂ ਲਿਸਨ ਟੂ ਮੀ ਵਾਟ ਆਮ ਸੇਇੰਗ। ਸੰਦੀਪ, ਲਿਸਨ ਟੂ ਮੀ, ਯੂ ਮਸਟ ਡੀਲ। ਤੁਹਾਡਾ ਵਕੀਲ ਜਿਹੜਾ ਵੀ ਹੈ ਕੀਤਾ ਹੋਇਆ ਆ, ਔਰ ਉਹਦੇ ਨਾਲ ਗੱਲ ਕਰੋ ਔਰ ਤੂੰ ਜਲਦੀ ਨਾਲ ਵਾਪਸ ਕੈਨੇਡਾ ਆ ਔਰ ਡੀਲ ਕਰ। ਪੁਲਿਸ ਨੂੰ ਦੱਸ ਕੇ ਮੈਂ ਇੱਥੇ ਆਇਆ ਹੋਇਆ। ਪੁਲਿਸ ਨੂੰ ਪਤਾ ਹੈ ਯੂ ਟੋਲਡ ਟੂ ਦੀ ਪੁਲਿਸ ਕਿ ਮੈਂ ਇੰਡੀਆ ਜਾ ਰਿਹਾ? ਹਾਂਜੀ, ਉਹ ਉਹਨਾਂ ਤੋਂ ਪਰਮਿਸ਼ਨ ਲੈ ਕੇ ਸਰ ਆਏ ਸੀ। ਓਕੇ ਫਾਈਨ, ਠੀਕ ਹੈ, ਉਹਨਾਂ ਨੇ ਪਰਮਿਸ਼ਨ ਦਿੱਤੀ ਹੈ। ਜੋ ਪੁਲਿਸ ਕਹਿੰਦੀ ਹੈ ਯੂ ਮਸਟ ਫੋਲੋ ਦੀ ਰੂਲ। ਠੀਕ ਹੈ ਸਰ। ਤੁਹਾਨੂੰ ਕੁਝ ਨਹੀਂ ਹੋਣਾ। ਇਹਦੇ ਝੂਠੇ ਕੇਸ ਪਾਉਂਦੇ ਲੋਕ ਨਾ, ਇਹ ਝੂਠੇ ਕੇਸ ਜਿਹੜੇ ਡਿਸਮਿਸ ਕਰ ਦਿੰਦੇ ਜੱਜ ਸਾਹਿਬ ਇੱਥੇ, ਕਿਉਂਕਿ ਪੁਲਿਸ ਨੂੰ ਤਾਂ ਪਤਾ ਨਹੀਂ ਸੱਚ ਹੈ ਝੂਠ ਹੈ। ਪੁਲਿਸ ਨੇ ਜੋ ਕਿਹਾ ਪੁਲਿਸ ਨੇ ਰਿਪੋਰਟ ਕਰ ਲਈ, ਪੁਲਿਸ ਨੂੰ ਰਿਪੋਰਟ ਕਰਨੀ ਪੈਂਦੀ ਹੈ, ਤੁਹਾਨੂੰ ਇਨਫੋਰਮੇਸ਼ਨ ਪੁਲਿਸ ਨੂੰ ਲਿਖਣੀ ਪੈਂਦੀ ਹੈ। ਪੁਲਿਸ ਜਿਹੜੀ ਅਗੇਂਸਟ ਨਹੀਂ ਕਿਸੇ ਦੇ, ਪੁਲਿਸ ਤਾਂ ਚਾਹੁੰਦੀ ਹੈ ਕਿ ਸ਼ਾਂਤੀ ਹੋਵੇ। ਪੁਲਿਸ ਡਿਪਾਰਟਮੈਂਟ ਜਿਹੜਾ ਹੈ ਵੈਰੀ ਗੁੱਡ ਡਿਪਾਰਟਮੈਂਟ ਹੈ, ਪਰ ਸਾਡੇ ਲੋਕ ਜਿਹੜੇ ਨੇ ਇਹ ਗਲਤ ਕੰਮ ਕਰ ਰਹੇ ਨੇ। ਤੁਸੀਂ ਐਦਾਂ ਨੂੰ ਚਾਰਜ ਕਰੋ, ਤੁਸੀਂ ਐਦਾਂ ਕਰਾ ਦਿਓ, ਪੁਲਿਸ ਤੁਹਾਨੂੰ ਵੀ ਚਾਰਜ ਕਰ ਸਕਦੀ ਹੈ। ਡੋਂਟ ਡੂ ਦੈਟ। ਰਿਸਪੈਕਟ ਪੁਲਿਸ ਐਂਡ ਰਿਸਪੈਕਟ ਦੀ ਜੱਜ ਸਾਹਿਬ ਦੀ ਜਜਮੈਂਟ ਨੂੰ ਤੁਸੀਂ ਇੰਤਜ਼ਾਰ ਕਰੋ ਔਰ ਤੁਹਾਨੂੰ ਇਨਸਾਫ ਮਿਲੇਗਾ। ਓਕੇ, ਹੁਣ ਪ੍ਰੋਬਲਮ ਕੀ ਹੋਈ ਹੈ ਤੁਹਾਡੀ? ਤੁਹਾਨੂੰ ਵਾਈਫ ਤੁਹਾਨੂੰ ਪਿਆਰ ਕਰਦੀ ਹੈ ਜਾਂ ਨਹੀਂ? ਹੁਣ ਸਰ ਬਿਲਕੁਲ ਨਹੀਂ, ਹੁਣ ਤਾਂ ਸਾਨੂੰ ਬਲੌਕ, ਕੋਈ ਸਾਡੀ ਆਪਸ 'ਚ ਕੋਈ ਗੱਲਬਾਤ। ਤੁਹਾਡਾ ਬੱਚਾ ਵੀ ਹੈ ਕੋਈ? ਨਹੀਂ ਸਰ। ਤੁਹਾਡਾ ਸਾਡੂ ਸਾਹਿਬ ਤੁਹਾਡੇ ਨਾਲ ਬੋਲਦਾ? ਨਹੀਂ ਸਰ, ਉਸ ਫੈਮਿਲੀ 'ਚ ਸਾਡੇ ਨਾਲ ਕੋਈ ਨਹੀਂ ਬੋਲਦਾ ਹੁਣ। ਤੇ ਤੁਹਾਡਾ ਜਿਹੜੀ ਵਾਈਫ ਹੈ ਉਹ ਰਹਿੰਦੀ ਕਿੱਥੇ ਹੁਣ? ਸਰ ਬ੍ਰੈਂਪਟਨ 'ਚ ਹੀ ਰਹਿੰਦੇ ਆ। ਕਿਹਦੇ ਨਾਲ ਰਹਿੰਦੇ ਨੇ ਉਹ? ਉਹ ਸਰ ਆਪਣੀ ਸਿਸਟਰ ਔਰ ਆਪਣੇ ਜੀਜੇ ਦੇ ਘਰੇ ਰਹਿੰਦੇ ਆ, ਪਰ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿਸੇ ਕੋਲੋਂ ਕਿ ਪਿਛਲੇ 15-20 ਦਿਨਾਂ ਤੋਂ ਉਹਨਾਂ ਦੀ ਆਪਸ 'ਚ ਕੋਈ ਗੱਲ ਹੋ ਗਈ ਤੇ ਹੁਣ ਅਲੱਗ-ਅਲੱਗ ਹੋ ਗਏ ਆ। ਉਹ ਰੂਮ ਲੈ ਕੇ ਰੈਂਟ ਤੇ ਲੱਗ ਰਹਿੰਦੀ ਹੈ।
ਤੁਹਾਨੂੰ ਉਹਦਾ ਪਤਾ ਨਹੀਂ ਹੈ, ਮਿਲਦੇ ਨਹੀਂ ਹੈ ਤੇ ਇਨਫੋਰਮੇਸ਼ਨ ਮਿਲ ਗਈ ਹੈ, ਕਿੱਥੇ ਕਮੀ ਹੋ ਗਈ। ਮੈਂ ਹੈਰਾਨ ਹਾਂ ਕਿ ਤੁਸੀਂ ਇੰਨੀ ਸੂਹ ਕਿਉਂ ਰੱਖਦੇ ਹੋ। ਐਨੀਵੇ ਤੁਹਾਡਾ ਪਰਸਨਲ ਮੈਟਰ ਹੈ। ਕਿਉਂਕਿ ਸਰ ਉਹਨਾਂ ਦੇ ਆਈ ਅੰਡਰਸਟੈਂਡ ਤੁਸੀਂ ਜੋ ਕਹਿ ਰਹੇ ਹੋ ਸੱਚ ਕਹਿ ਰਹੇ ਹੋ, ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਇੱਕ ਵਾਈਫ ਆਪਣੇ ਹਸਬੰਡ ਤੇ ਰੇਪ ਦਾ ਕੇਸ ਪਵਾ ਰਹੀ ਆ। ਆਈ ਡੋਨਟ ਵਾਂਟ ਟੂ ਕਮੈਂਟ ਔਨ ਦੈਟ, ਕਿਉਂਕਿ ਪੁਲਿਸ ਦਾ ਕੇਸ ਹੈ ਇਹ। ਇਹਦੇ ਬਾਰੇ ਮੈਂ ਆਪਣੇ ਕਮੈਂਟ ਨਹੀਂ ਦੇਣਾ ਚਾਹੁੰਦਾ ਕੋਈ ਵੀ। ਔਰ ਕ੍ਰਾਈਮ ਜਿਹੜਾ ਆ, ਔਰ ਕਦੇ ਵੀ ਕਿਸੇ ਵੀ ਔਰਤ ਹੋ ਵੀ ਮਰਦ ਹੋ ਵੀ ਹੱਥ ਨਾ ਚੁੱਕੋ ਅਤੇ ਕਿਸੇ ਨੂੰ ਵੀ ਫੋਨ ਕਰਕੇ ਥ੍ਰੈਟ ਨਾ ਕਰੋ। ਦ ਪਰਸਨ ਕੈਨ ਬੀ ਚਾਰਜ, ਚਾਹੇ ਮੁੰਡਾ ਹੈ, ਚਾਹੇ ਕੁੜੀ ਹੈ, ਚਾਹੇ ਬੁੜੀ ਹੈ, ਚਾਹੇ ਬੁੜਾ ਹੈ, ਚਾਹੇ ਬੰਦਾ ਹੈ, ਉਹ ਚਾਰਜ ਕਰੂਗੀ ਪੁਲਿਸ ਨੂੰ ਜਿਹੜਾ ਬੰਦਾ ਕਿਸੇ ਨੂੰ ਥ੍ਰੈਟ ਕਰੂਗਾ। ਔਰ ਪੁਲਿਸ ਦੀ ਜੌਬ ਆ, ਪੁਲਿਸ ਜਿਹੜੀ ਹੈ, ਮੈਂ ਪੁਲਿਸ ਨੂੰ ਸਲੂਟ ਕਰਦਾ ਆ। ਸੋਨਾ ਲੇਟਰ ਜਿਹੜੇ ਲੋਕ ਚਾਰਜ ਕਰਨੇ ਪੁਲਿਸ ਜਿਹੜੀ ਹੈ ਕਾਫੀ ਬਿਹਾਈਂਡ ਜਾ ਰਹੀ ਹੈ, ਕਿਉਂਕਿ ਕੋਵਿਡ ਕਰਕੇ ਪੁਲਿਸ ਨੂੰ ਬਹੁਤ ਕੰਮ ਪੈ ਰਹੇ ਨੇ। ਪੁਲਿਸ ਵੀ ਦੇਖੋ ਅਸੀਂ ਫਰੰਟ ਲਾਈਨ ਤੇ ਕੰਮ ਕਰ ਰਹੀ ਹੈ, ਅੱਧੀ ਰਾਤ ਨੂੰ ਪੁਲਿਸ ਕੰਮ ਕਰਦੀ ਆ। ਹਾਂਜੀ ਜੀ ਸੰਦੀਪ, ਮੈਂ ਪਬਲਿਕ ਓਪੀਨੀਅਨ ਲੈਣੀ ਚਾਹੁੰਦਾ। ਹੋ ਸਕਦਾ ਕਿ ਲੋਕਾਂ ਨੇ ਕਿਸੇ ਮਨ ਦੇ ਵਿੱਚ ਡਾਊਟ ਹੋਵੇ ਤੁਹਾਡੇ ਪ੍ਰਤੀ, ਔਰ ਅਗਰ ਤੁਹਾਡੀ ਵਾਈਫ ਮਤਲਬ ਉਹਦਾ ਅਸੀਂ ਨਾਂ ਨਹੀਂ ਲਿਆ, ਉਹਦੀ ਫੋਟੋ ਨਹੀਂ ਲਾਈ, ਤੁਹਾਡੀ ਕੱਲ ਫੋਟੋ ਲਾਈ ਹੈ, ਔਰ ਅਸੀਂ ਜੇ ਉਹ ਲੜਕੀ ਤੁਹਾਡੀ ਵਾਈਫ ਸੰਦੀਪ ਸ਼ਰਮੇ ਦੀ ਪ੍ਰੋਬਲਮ ਸੁਣਦੀ ਹੋਵੇ ਤਾਂ ਆਪਣਾ ਪੱਖ ਰੱਖਣਾ ਚਾਹੁੰਦੀ ਹੈ, ਸ਼ੀ ਕੈਨ ਕਾਲ ਅਸ, ਔਰ ਆਪਣੀ ਵਾਈਫ ਦਾ ਨਾਂ ਨਹੀਂ ਲੈਣਾ ਟੋਟਲੀ ਐਟ ਆਲ। ਠੀਕ ਹੈ ਸਰ। ਠੀਕ ਹੈ ਜੀ, ਪਲੀਜ਼। ਸੋ ਅਸੀਂ ਪ੍ਰੋਸੀਡ ਕਰਦੇ ਹਾਂ। ਪਬਲਿਕ ਓਪੀਨੀਅਨ ਲੈਣੀ ਚਾਹਾਂਗੇ ਕਿ ਸੰਦੀਪ ਸ਼ਰਮਾ ਇਹ ਕਹਿ ਰਿਹਾ, ਤੁਹਾਡੇ ਮੁਤਾਬਕ ਪਬਲਿਕ ਓਪੀਨੀਅਨ ਕੀ ਹੈ, ਕਿ ਇਹ ਸੱਚ ਬੋਲ ਰਿਹਾ ਜਾਂ ਝੂਠ ਬੋਲ ਰਿਹਾ? ਵੀ ਡੋਂਟ ਨੋ। ਲੈਟਸ ਸੀ, ਅਸੀਂ ਮੂਵ ਕਰੀਏ ਸਟੋਰੀ ਨੂੰ।